ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਚਰਨ ਸੇਵਕ ਭਾਈ ਪ੍ਰੇਮ ਸਿੰਘ ਜੀ ਰਾਹੀਂ ਸਿੰਧ ਦੀ ਸੰਗਤ ਦਾ ਪ੍ਰੇਮ ਸੰਦੇਸ਼ ਪੁੱਜਾ ਕਿ ਆਪ ਸਿੰਧ ਪ੍ਰਾਂਤ ਨੂੰ ਸਦ ਉਪਦੇਸ਼ ਦੁਆਰਾ ਤਾਰਨ ਦੀ ਕਿਰਪਾਲਤਾ ਕਰੋ। ਕਿੰਤੂ ਸ਼੍ਰੀ ਸਾਂਝੀ ਮਹਾਰਾਜ ਸ਼੍ਰੀ ਮੁਕਤਸਰ ਦੇ ਮਾਘੀ ਇਸ਼ਨਾਨ ਦੇ ਜੋੜ ਮੇਲੇ ਨੂੰ ਤਿਆਰ ਹੋ ਗਏ। ਸ਼੍ਰੀ ਅੰਮ੍ਰਿਤਸਰ ਦੀ ਸੰਗਤ ਨੇ ਆਪ ਜੀ ਨੂੰ ਨਿਮਰਤਾ ਤੇ ਭਿੱਜੀਆਂ ਅੱਖਾਂ ਨਾਲ ਵਿਦਾਇਗੀ ਦਿੱਤੀ। ਸ਼੍ਰੀ ਸਾਂਝੀ ਮਹਾਰਾਜ ਜੱਥੇ ਸਮੇਤ ਰੇਲ ਰਾਹੀਂ ਕੋਟਕਪੂਰਾ ਵਿਖੇ ਰਾਤ ਦੇ 12 ਵਜੇ ਪਹੁੰਚ ਗਏ। ਇਸ ਸਮੇਂ ਜਿੱਥੇ ਅਤੀ ਠੰਡ ਪੈ ਰਹੀ ਸੀ, ਨਾਲ ਹੀ ਵਰਖਾ ਵੀ ਅਤੀ ਜ਼ਿਆਦਾ ਹੋ ਰਹੀ ਸੀ। ਫਾਟਕ ਦੇ ਚੌਕੀਦਾਰ ਨੇ ਆਪਣਾ ਮੰਜਾ ਸ਼੍ਰੀ ਸਾਂਝੀ ਮਹਾਰਾਜ ਵਾਸਤੇ ਦੇ ਦਿੱਤਾ ਤੇ ਬਾਕੀ ਸੰਗਤ ਧਰਤੀ ਉੱਪਰ ਹੀ ਬੋਹੜ ਹੇਠ ਬੈਠੀ ਰਹੀ। ਸਵਾ ਪਹਿਰ ਰਾਤ ਰਹਿੰਦੀ ਤੋਂ ਛੱਪੜ ਵਿੱਚ ਇਸ਼ਨਾਨ ਕਰਕੇ ਸਿਮਰਨ ਤੇ ਨਿਤਨੇਮ ਕੀਤਾ। ਦਿਨ ਚੜ੍ਹੇ ਆਪ ਜੀ ਵੱਡੇ ਗੁਰਦੁਆਰੇ ਗਏ। ਪ੍ਰਬੰਧਕਾਂ ਨੇ ਪ੍ਰੇਮ ਨਾਲ ਅੱਗ ਬਾਲ ਕੇ ਗਿੱਲੇ ਵਸਤਰ ਸੁਕਾਏ। ਪਹਿਲਾਂ ਚਾਹ ਛਕਾਈ, ਫਿਰ ਕੜਾਹ ਪ੍ਰਸ਼ਾਦ ਕਰਕੇ ਛਕਾਇਆ। ਇੱਥੋਂ ਫਿਰ ਆਪ ਜੀ ਸ਼੍ਰੀ ਮੁਕਤਸਰ ਸਾਹਿਬ ਪਹੁੰਚੇ। ਦਰਬਾਰ ਸਾਹਿਬ ਮੁਕਤਸਰ ਪਹੁੰਚ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਕੇ ਦੀਵਾਨ ਆਰੰਭ ਕਰ ਦਿੱਤਾ। ਕਥਾ ਕੀਰਤਨ ਸੁਣ ਕੇ ਸਾਰਾ ਮੇਲਾ ਦਰਸ਼ਨਾਂ ਵਾਸਤੇ ਇਕੱਠਾ ਹੋ ਗਿਆ। ਮਹੰਤ ਗੁਲਾਬ ਸਿੰਘ ਜੀ ਨੇ ਬੁੰਗੇ ਨਿਵਾਸ ਕੀਤਾ। ਦੂਜੇ ਦਿਨ ਬੁੰਗੇ ਵਿੱਚ ਹੀ ਦੀਵਾਨ ਸਜਿਆ। ਸਾਰਾ ਮੇਲਾ ਇਕਾਗਰ ਚਿੱਤ ਹੋ ਕੇ ਕਥਾ ਕੀਰਤਨ ਸੁਣਨ ਲੱਗਾ। ਕਈ ਹਜ਼ਾਰ ਪ੍ਰਾਣੀਆਂ ਨੇ ਇੱਥੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਬੁੰਗੇ ਵਿੱਚ ਸ਼੍ਰੀ ਸਾਂਝੀ ਮਹਾਰਾਜ ਨੇ ਇਸ ਸ਼ਬਦ ਦੀ ਵਿਆਖਿਆ ਕੀਤੀ। ਬਿਲਾਵਲ ਮਹੱਲਾ ਪੰਜਵਾਂ। ਉਦਮ ਕਰਤ ਆਨੰਦ ਭਇਆ ਸਿਮਰਤ ਸੁਖਸਾਰ, ਜਪ ਜਪ ਨਾਮ ਗੋविंद का पूर्ण विचार, चरण कमल गुर के जपत हर जप हो जीवा, पार ब्रह्म आराध ते मुख अमृत पीवा रहो, जी जंत सब सुख वसे सब कै मन लोच, परोपकार नित चितवते नाही कछ पोच, धन सो थान बसंत धन जह जपिए नाम, कथा कीर्तन हर अत घना सुख सहज विश्राम, मनते कद न बिसरै अनाथ को नाथ, नानक प्रभ सरनागति जाके सब किश हाथ। ਮੇਲੇ ਦੀ ਸਮਾਪਤੀ ਤੋਂ ਮਗਰੋਂ ਸ਼੍ਰੀ ਸਾਂਝੀ ਮਹਾਰਾਜ ਨੇ ਸਿੰਧ ਨੂੰ ਜਾਣ ਦੀ ਤਿਆਰੀ ਕਰ ਦਿੱਤੀ। 40 ਸਿੰਘ ਆਪਣੇ ਨਾਲ ਲਏ। ਇੱਕ ਡੱਬਾ ਰੇਲ ਦਾ ਰਿਜ਼ਰਵ ਕਰਾਇਆ ਗਿਆ। ਸ਼੍ਰੀ ਦਰਬਾਰ ਸਾਹਿਬ ਪੁੱਜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਕੇ ਵਾਕ ਲੈ ਕੇ ਰੇਲ ਸਵਾਰ ਹੋ ਗਏ। ਇਸ ਯਾਤਰਾ ਦਾ ਸਾਰਾ ਖਰਚ ਭਾਈ ਆਤਮਾ ਸਿੰਘ ਨੇ ਆਪਣੇ ਕੋਲੋਂ ਕੀਤਾ। ਰੋੜੀ ਸੱਖਰ ਵਿਖੇ ਉਤਰ ਕੇ ਬੇੜੀਆਂ ਤੇ ਸਵਾਰ ਹੋ ਕੇ ਸਾਧ ਬੇਲਾ ਵਿਖੇ ਦਰਸ਼ਨ ਦਿੱਤੇ। ਦਰਿਆ ਅਟਕ ਦੇ ਵਿਚਕਾਰ ਕੁਦਰਤ ਦਾ ਰਚਿਆ ਹੋਇਆ ਸੁੰਦਰ ਰਮਣੀਕ ਸਥਾਨ ਹੈ। ਦਰਸ਼ਨ ਕਰਕੇ ਮਹੰਤ ਹਰਨਾਮਦਾਸ ਜੀ ਸਮੇਤ ਸਾਰੇ ਉਦਾਸੀਨ ਮਹਾਤਮਾ ਪ੍ਰਸੰਨ ਹੋਏ। ਇੱਥੇ ਰਾਤ ਠਹਿਰੇ। ਰਾਤ ਦੇ 11 ਵਜੇ ਤੱਕ ਜਾਗਰਨ ਕਰਕੇ ਅੰਮ੍ਰਿਤ ਵੇਲੇ 5 ਵਜੇ ਤੱਕ ਸਾਧ ਬੇਲੇ ਦੇ ਸੰਤ ਸੁੱਤੇ ਰਹੇ। ਸ਼੍ਰੀ ਸਾਂਝੀ ਮਹਾਰਾਜ ਨੇ ਸਭ ਨੂੰ ਉਠਾਇਆ ਤੇ ਫਰਮਾਇਆ, ਫਕੀਰੀ ਬੜੀ ਦੂਰ ਹੈ। ਜਦੋਂ ਤੱਕ ਸਿਮਰਨ ਸੇਵਾ ਦੁਆਰਾ ਸਰੀਰ ਤੋਂ ਪਰੇ ਨਾ ਹੋ ਜਾਵੇ, ਫਕੀਰ ਨਹੀਂ ਬਣਦਾ। ਅਸੀਂ ਸਰੀਰ ਅਧੀਨ ਸਤਿਗੁਰੂ ਜੀ ਦੇ ਹੁਕਮ ਨੂੰ ਭੁੱਲ ਜਾਂਦੇ ਹਾਂ। ਫਕੀਰੀ ਬਾਣਾ ਧਾਰਨ ਦਾ ਇਹੀ ਭਾਵ ਹੈ ਕਿ ਭੇਖ ਦੀ ਲਾਜ ਰੱਖੀ ਜਾਵੇ। ਇਲਾਕਾ ਨਿਵਾਸੀ ਸੰਗਤਾਂ ਵੀ ਸਾਧ ਵੇਲੇ ਹੀ ਦਰਸ਼ਨ ਵਾਸਤੇ ਆਉਣ ਲੱਗੀਆਂ। ਇੱਥੇ ਰਾਤ ਠਹਿਰ ਕੇ ਸੈਂਕੜੇ ਪ੍ਰਾਣੀਆਂ ਨੂੰ ਸੁਮਤ ਪ੍ਰਦਾਨ ਕਰਕੇ ਹੈਦਰਾਬਾਦ ਪੁੱਜ ਗਏ। ਰਾਣੀ ਦੇ ਬਾਗ ਵਿੱਚ ਆਸਣ ਲਾਇਆ। ਇੱਥੋਂ ਦੀ ਸੰਗਤ ਆਪ ਜੀ ਦਾ ਸਵਾਗਤ ਕਰਨ ਵਾਸਤੇ ਸ਼ਬਦ ਕੀਰਤਨ ਕਰਦੀ ਹੋਈ ਆਈ। ਬਾਣੀ ਦੇ ਸਤਿਕਾਰ ਨੂੰ ਮੁੱਖ ਰੱਖ ਕੇ ਸ਼੍ਰੀ ਸਾਂਝੀ ਮਹਾਰਾਜ ਪਹਿਲੇ ਹੀ ਹੱਥ ਜੋੜ ਕੇ ਖੜੇ ਹੋ ਗਏ। ਸੰਗਤ ਨੇ ਆ ਕੇ ਸ਼੍ਰੀ ਸਾਂਝੀ ਮਹਾਰਾਜ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ। ਆਪ ਜੀ ਦੇ ਅਨੰਨਿਆ ਸੇਵਕ ਭਾਈ ਆਤਮਾ ਸਿੰਘ ਸਿੰਧੀ, ਅੰਮ੍ਰਿਤਸਰ ਵਾਲੇ ਗਿਆਨੀ ਪ੍ਰੇਮ ਸਿੰਘ ਕਨੋਹੇ ਵਾਲੇ ਅਤੇ ਭਾਈ ਗੋਲਾ ਸਿੰਘ ਜੀ ਆਦਿ ਹਜ਼ਾਰਾਂ ਸਿੱਖਾਂ ਨੇ ਸਵਾਗਤ ਵਿੱਚ ਭਾਗ ਲਿਆ। ਸ਼੍ਰੀ ਸਾਂਝੀ ਮਹਾਰਾਜ ਨੂੰ ਬੱਗੀ ਵਿੱਚ ਬਿਠਾ ਕੇ ਧਰਮਸ਼ਾਲਾ ਵਿੱਚ ਨਿਵਾਸ ਕਰਾਇਆ। ਇੱਕ ਦਿਨ ਸ਼੍ਰੀ ਸਾਂਝੀ ਮਹਾਰਾਜ ਪਾਗਲਖਾਨੇ ਪੁੱਜੇ। ਇੱਥੇ ਸੈਂਕੜਾ ਪਾਗਲ ਬੰਦ ਹੋਏ ਸਨ। ਸ਼੍ਰੀ ਸਾਂਝੀ ਮਹਾਰਾਜ ਦੇ ਪਾਵਨ ਦਰਸ਼ਨ ਕਰਕੇ ਪਾਗਲ ਤਰ੍ਹਾਂ ਤਰ੍ਹਾਂ ਦੀਆਂ ਹਰਕਤਾਂ ਕਰਨੀਆਂ ਛੱਡ ਕੇ ਸ਼ਾਂਤ ਬੈਠ ਗਏ। ਸ਼੍ਰੀ ਸਾਂਝੀ ਮਹਾਰਾਜ ਨੇ ਵੀ ਕਿਰਪਾ ਦ੍ਰਿਸ਼ਟੀ ਕਰਕੇ ਇਸ ਸ਼ਬਦ ਦਾ ਕੀਰਤਨ ਕੀਤਾ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸੋਰਠ ਮਹੱਲਾ ਪੰਜਵਾਂ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂ ਦਾਤਾ, ਹਮ ਮੂਰਖ ਤੁਮ ਚਤਰ ਸਿਆਣੇ, ਤੂ ਸਰਬ ਕਲਾ ਕਾ ਗਿਆਤਾ, ਮਾधो हम ऐसे तू ऐसा, हम पापी तुम पाप खंडन, नीको ठाकर देसा, रहाओ तुम सब साजे साज सिज निवाजे, ज्यो पिंड के प्राणा, निर्गुनियारे गुण नाही, कोई तुम दान दे मेहरबाना, तुम करे भला हम भलो न जानै, तुम सदा सदा दयाला, तुम सुखदाई पुरख विधाते, तुम राखै अपने बाला, तुम निधान अटल सुल्तान जी, जंत सब जाचै, कै नानक हम एह हवाला, राख संतन कै पाछै। ਇਹ ਸ਼ਬਦ ਦਾ ਕੀਰਤਨ ਸੁਣ ਕੇ ਪਾਗਲਾਂ ਦਾ ਪਾਗਲਪਨ ਦੂਰ ਹੋ ਗਿਆ ਤੇ ਸੁਰਸਤ ਹੋ ਗਏ। ਸ਼੍ਰੀ ਸਾਂਝੀ ਮਹਾਰਾਜ ਨੇ ਕਿਹਾ, ਇਹਨਾਂ ਵਿੱਚ ਰੋਗੀ ਕੋਈ ਨਹੀਂ, ਸਭ ਨੂੰ ਘਰਾਂ ਨੂੰ ਜਾਣ ਦਿਓ। ਜੋ ਬਾਅਦ ਵਿੱਚ ਡਾਕਟਰੀ ਪ੍ਰੀਖਿਆ ਅਨੁਸਾਰ ਸਵਸਥ ਸਿੱਧ ਹੋਏ ਤੇ ਬੰਧਨ ਮੁਕਤ ਕੀਤੇ ਗਏ। ਇੱਥੇ ਸੁਬਾਹ ਸ਼ਾਮ ਦੀਵਾਨ ਸਜਦੇ। ਸ਼੍ਰੀ ਸਾਂਝੀ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਚਮਰ ਚਲਾਉਂਦੇ।
ਰਿਹਾਇਸ਼ ਵਾਸਤੇ ਆਪ ਜੀ ਦੇ ਇਕਾਂਤ ਸਥਾਨ ਦੀ ਇੱਛਾ ਪ੍ਰਗਟ ਕੀਤੀ ਤਾਂ ਬਾਹਰ ਇੱਕ ਥਾਂ ਜਿਸ ਦਾ ਨਾਮ ਫਲੇਲ ਦੀ ਜਗ੍ਹਾ ਸੀ ਪਸੰਦ ਆਈ। ਸ਼ਹਿਰ ਵਿੱਚ ਵੀ ਸ਼੍ਰੀ ਸਾਂਝੀ ਮਹਾਰਾਜ ਦੀ ਆਗਿਆ ਨਾਲ ਇੱਕ ਬੁੰਗਾ ਬਣਾਇਆ ਗਿਆ। ਹਜ਼ਾਰਾਂ ਹਿੰਦੂ ਵੀਰ ਗੁਰਮਤਿ ਦੇ ਧਾਰਮੀ ਬਣੇ। ਨਿੱਤ ਸ਼ਾਹੂਕਾਰਾਂ ਵੱਲੋਂ ਭੋਜਨ ਦੇ ਕਈ ਨਿਮੰਤਰਣ ਆਉਂਦੇ, ਕਿੰਤੂ ਸ਼੍ਰੀ ਸਾਂਝੀ ਮਹਾਰਾਜ ਹੈਦਰਾਬਾਦ ਦੀ ਸੰਗਤ ਨੂੰ ਨਾਮ ਜਪਣ ਦਾ ਉਪਦੇਸ਼ ਦੇ ਕੇ ਕਰਾਚੀ ਚਲੇ ਗਏ। ਆਗਮਨ ਦੀ ਤਾਰ ਪਹੁੰਚ ਚੁੱਕੀ ਸੀ। ਸ਼੍ਰੀ ਸਾਂਝੀ ਮਹਾਰਾਜ ਦੇ ਸਵਾਗਤ ਵਾਸਤੇ ਕਰਾਚੀ ਸ਼ਹਿਰ ਦੇ ਸਿੱਖ ਸੇਵਕ ਹਜ਼ਾਰਾਂ ਦੀ ਗਿਣਤੀ ਵਿੱਚ ਪੁਸ਼ਪਹਾਰ ਲੈ ਕੇ ਰੇਲਵੇ ਸਟੇਸ਼ਨ ਤੇ ਬੱਗੀਆਂ ਸਮੇਤ ਪੁੱਜੇ ਹੋਏ ਸਨ। ਜਦੋਂ ਸ਼੍ਰੀ ਸਾਂਝੀ ਮਹਾਰਾਜ ਕਰਾਚੀ ਪਲੇਟਫਾਰਮ ਤੇ ਰੇਲ ਤੋਂ ਉਤਰੇ ਤਾਂ ਸਤਿ ਸ਼੍ਰੀ ਅਕਾਲ ਤੇ ਗਗਨ ਭੇਦੀ ਜੈਕਾਰਿਆਂ ਨਾਲ ਆਕਾਸ਼ ਗੂੰਜ ਉੱਠਿਆ। ਜਨ ਸਮੂਹ ਸਮੁੰਦਰ ਦੀ ਤਰ੍ਹਾਂ ਤੁਰ ਪਿਆ। ਸ਼੍ਰੀ ਸਾਂਝੀ ਮਹਾਰਾਜ ਦਾ ਭਵ ਸਵਾਗਤ ਕਰਕੇ ਪੁਸ਼ਪਹਾਰ ਪਹਿਨਾਏ ਸੇਠ ਭਾਈ ਚੇਲਾ ਰਾਮ ਦੀ ਬੱਗੀ ਵਿੱਚ ਬੈਠ ਕੇ ਉਸ ਦੀ ਕੋਠੀ ਪੁੱਜੇ। ਇਹ ਸੇਠ ਧਾਰਮਿਕ ਦਾਨੀ ਅਤੇ ਪ੍ਰੇਮੀ ਸੀ। ਸ਼੍ਰੀ ਸਾਂਝੀ ਮਹਾਰਾਜ ਜਲ ਪਾਣੀ ਛਕ ਕੇ ਦੀਵਾਨ ਵਿੱਚ ਆਏ, ਜਿਸ ਦਾ ਪ੍ਰਬੰਧ ਕੋਠੀ ਵਿੱਚ ਹੀ ਕੀਤਾ ਗਿਆ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਣਾਮ ਕਰਕੇ ਤਾਬੇ ਸਜ ਗਏ। ਇਸ ਸਮੇਂ ਸ਼ਹਿਰ ਦੀ ਸਾਰੀ ਸੰਗਤ ਸਜੀ ਹੋਈ ਸੀ। ਨਾਮ ਬਾਣੀ ਅਤੇ ਕੀਰਤਨ ਦਾ ਅਤਿਅੰਤ ਪ੍ਰਚਾਰ ਹੋਇਆ। ਸੇਠ ਗੋਕੁਲ ਰਾਮ ਜੀ, ਸਰਦਾਰ ਗੋਪਾਲ ਸਿੰਘ ਐਡਵੋਕੇਟ ਆਦਿਕ ਸੈਂਕੜੇ ਸ਼ਹਿਰ ਨਿਵਾਸੀ ਸੇਵਾ ਵਿੱਚ ਉਪਸਥਿਤ ਰਹਿਣ ਲੱਗੇ। ਅਨੇਕ ਤਰ੍ਹਾਂ ਦੇ ਪਦਾਰਥ, ਮਿਸ਼ਰੀ, ਬਦਾਮ, ਅਖਰੋਟ ਆਦਿਕ ਦੇ ਥਾਲ ਭਰ ਕੇ ਸਮਰਪਣ ਕਰਨ ਲੱਗੇ। ਸ਼੍ਰੀ ਸਾਂਝੀ ਮਹਾਰਾਜ ਦੇ ਪ੍ਰਵਚਨ, ਕਥਾ, ਕੀਰਤਨ, ਉਪਦੇਸ਼ ਦਾ ਸਤਿਗੁਰਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸ਼ਰਧਾ ਭਗਤੀ, ਕਿਰਿਆਤਮਿਕ ਸਤਕਾਰ ਤੇ ਮਰਿਆਦਾ ਕਾਰਨ ਸਿੰਧ ਨਿਵਾਸੀਆਂ ਤੇ ਅਕਥਨੀय ਪ੍ਰਭਾਵ ਪਿਆ। ਇਸ ਵਾਸਤੇ ਸੈਂਕੜੇ ਹਿੰਦੂ ਸੇਠਾਂ ਨੇ ਸ਼ਰਧਾ ਤੇ ਸਤਕਾਰ ਨਾਲ ਸਨੀਮਰ ਬੇਨਤੀ ਦੁਆਰਾ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਕਈ ਵਾਰ ਅੰਮ੍ਰਿਤ ਪ੍ਰਚਾਰ ਹੋਇਆ। ਹਜ਼ਾਰਾਂ ਮਾਈ ਭਾਈ ਖਾਲਸਾ ਪੰਥ ਦੇ ਧਾਰਦੀ ਬਣੇ। ਸ਼੍ਰੀ ਪ੍ਰੇਮ ਸਿੰਘ ਜੀ ਨੇ ਸ਼੍ਰੀ ਸਾਂਝੀ ਮਹਾਰਾਜ ਨੂੰ ਅਗਨ ਬੋਟ ਵਿੱਚ ਬਿਠਾ ਕੇ ਸਮੁੰਦਰ ਦੀ ਸੈਰ ਵੀ ਕਰਾਈ। ਇੱਥੋਂ ਸ਼੍ਰੀ ਸਾਂਝੀ ਮਹਾਰਾਜ ਨੇ ਹਜ਼ੂਰ ਸਾਹਿਬ ਦੀ ਯਾਤਰਾ ਦੀ ਵਿਚਾਰ ਬਣਾਈ। ਵਿਚਾਰ ਸੁਣ ਕੇ ਜੱਥੇ ਤੋਂ ਬਿਨਾਂ ਭਾਈ ਚੇਲਾ ਰਾਮ ਆਦਿਕ 100 ਪ੍ਰੇਮੀ ਹੋਰ ਤਿਆਰ ਹੋ ਗਏ ਤੇ ਸਾਰੇ ਮਿਲ ਕੇ ਹੈਦਰਾਬਾਦ ਆਨ ਉੱਤੇ। ਹੈਦਰਾਬਾਦ ਦੀ ਸੰਗਤ ਸ਼੍ਰੀ ਸਾਂਝੀ ਮਹਾਰਾਜ ਨੂੰ ਸਤਿਕਾਰ ਨਾਲ ਜਲੂਸ ਦੀ ਸ਼ਕਲ ਵਿੱਚ ਬੁੰਗੇ ਵਿੱਚ ਲੈ ਗਈ। 5 ਡੱਬੇ ਰੇਲ ਦੇ ਰਿਜ਼ਰਵ ਕਰਵਾ ਕੇ ਮਠਮਾੜ ਪਹੁੰਚ ਗਏ। ਇੱਥੋਂ ਲੰਗਰ ਛਕ ਕੇ ਆਪਣੀ ਮੌਜ ਵਿੱਚ ਮੁੰਬਈ ਚਲੇ ਗਏ। ਸੇਠ ਕੌੜਾਮਲ ਆਦਿਕ ਪ੍ਰੇਮੀ ਸਵਾਗਤ ਵਾਸਤੇ ਪਹਿਲਾਂ ਹੀ ਪੁੱਜੇ ਹੋਏ ਸਨ। ਸ਼੍ਰੀ ਸਾਂਝੀ ਮਹਾਰਾਜ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਕੇ ਸਵੈ ਸਥਾਨ ਤੇ ਲੈ ਗਏ। ਮੁੰਬਈ ਵਿੱਚ 2 ਦਿਨ ਸਦਉਪਦੇਸ਼ ਨਾਮਦਾਨ ਦੇ ਕੇ ਮੁੜ ਮਨਮਾੜ ਵਿੱਚ ਦੀ ਹੁੰਦੇ ਹੋਏ ਤਖਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਪਹੁੰਚ ਗਏ। ਸ਼੍ਰੀ ਸਾਂਝੀ ਮਹਾਰਾਜ ਦੇ ਸਵਾਗਤ ਵਿੱਚ ਹਜ਼ੂਰ ਸਾਹਿਬ ਨਿਵਾਸੀ ਸੰਗਤ ਨੇ ਇਸ ਸ਼ਬਦ ਦਾ ਕੀਰਤਨ ਕੀਤਾ। ਮਾਰੂ ਮਹੱਲਾ ਪੰਜਵਾਂ। ਆਓ ਜੀ ਤੂੰ ਆਓ ਹਮਾਰੇ ਹਰ ਜਸ ਸ਼ਰਵਨ ਸੁਨਾਵਨਾ, ਰਹਾਓ ਤੁਧ ਆਵਤ ਮੇਰਾ ਮਨ ਤਨ ਹਰਿਆ, ਹਰ ਹਰ ਜਸ ਤੁਮ ਸੰਗ ਗਾਵਨਾ। ਸੰਤ ਕਿਰਪਾ ਤੇ ਹਿਰਦੈ ਵਾਸੈ, ਦੂਜਾ ਭਾਉ ਮਿਟਾਵਨਾ। ਭਗਤ ਦਇਆ ਤੇ ਬੁੱਧ ਪ੍ਰਗਾਸੈ, ਦੁਰਮਤ ਦੁਖ ਤਜਾਵਨਾ। ਦਰਸ਼ਨ ਭੇਟਤ ਹੋਤ ਪੁਨੀਤਾ, ਪੁਨਰਪ ਗਰਭ ਨ ਪਾਵਨਾ। ਨੌ ਨਿਧ ਰਿਧ ਸਿਧ ਪਾਈ ਜੋ ਤੁਮਰੇ ਮਨ ਭਾਵਨਾ। ਸੰਤ ਬਿਨਾ ਮੈਂ ਥਾਓ ਨਾ ਕੋਈ, ਅਵਰ ਨ ਸੂਝੈ ਜਾਵਨਾ। ਮੋਹ ਨਿਰਗੁਣ ਕੋ ਕੋਈ ਨ ਰਾਖੈ, ਸੰਤਾਂ ਸੰਗ ਸੁਭਾਵਨਾ। ਕਹਿ ਨਾਨਕ ਗੁਰ ਚਲਤ ਦਿਖਾਇਆ, ਮਨ ਮਦੇ ਹਰ ਹਰ ਰਾਵਨਾ। ਇੱਥੇ ਸ਼੍ਰੀ ਸਾਂਝੀ ਮਹਾਰਾਜ ਨਿਤਨੇਮ ਤੋਂ ਇਲਾਵਾ ਗੋਦਾਵਰੀ ਦੇ ਨਦੀ ਦੇ ਕਿਨਾਰੇ ਉੱਤੇ 2 ਵਜੇ ਰਾਤ ਦੇ ਪਿਛਲੇ ਪੈਰ ਉੱਠ ਕੇ ਸੋਇਆ ਅਤੇ ਸੰਗਤ ਤੋਂ ਗੁਰੂ ਸ਼ਬਦ ਦਾ ਅਭਿਆਸ ਕਰਵਾਉਂਦੇ ਰਹੇ। ਸਮੂਹ ਗੁਰੂ ਸਥਾਨਾਂ ਵਿਖੇ ਕਥਾ ਕੀਰਤਨ ਤੇ ਲੰਗਰ ਦਾ ਪ੍ਰਵਾਹ ਚਲਾਇਆ। ਸੇਠ ਭਾਈ ਚੇਲਾ ਰਾਮ ਆਦਿ ਕਿੰਨੇ ਹੀ ਪ੍ਰੇਮੀ ਪਰਿਵਾਰ ਸਮੇਤ ਲੰਗਰ ਵਿੱਚ ਸੇਵਾ ਵਾਸਤੇ ਤਤਪਰ ਰਹਿਣ ਲੱਗੇ। ਇੱਥੇ ਮਾਲਵੇ ਦੀ ਸੰਗਤ ਵੀ ਆਈ ਹੋਈ ਸੀ ਜੋ ਜੱਥੇ ਵਿੱਚ ਸ਼ਾਮਲ ਹੋ ਗਈ। ਹਜ਼ਾਰਾਂ ਮਾਈ ਭਾਈ ਅੰਮ੍ਰਿਤਪਾਨ ਕਰਕੇ ਗੁਰਮਤ ਦੇ ਧਾਰਨੀ ਬਣੇ। ਇੱਕ ਦਿਨ ਦੀਵਾਨ ਸਿੰਘ ਵਿੱਚ ਸੰਤ ਪ੍ਰੇਮ ਸਿੰਘ ਨੇ ਦੱਸਿਆ, ਕੱਲ੍ਹ ਨੂੰ ਚੇਤਰ ਸੁਦੀ ਏਕਮ ਤਿਥੀ ਹੈ। ਇਸ ਦਿਨ ਸ਼੍ਰੀ ਸਾਂਝੀ ਮਹਾਰਾਜ ਦਾ ਅਵਤਾਰ ਪਰਵ ਹੈ। ਸਿੰਧੀ ਸ਼ਰਧਾਲੂ ਸੁਣ ਕੇ ਅਤੀ ਪ੍ਰਸੰਨ ਹੋਇਆ ਤੇ ਪਰਵ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ। ਮਹਾਨ ਯੱਗ ਹੋਇਆ, ਟੁੱਟ ਲੰਗਰ ਵਰਤਿਆ ਅਤੇ ਇਸੇ ਦਿਨ ਸ਼੍ਰੀ ਸਾਂਝੀ ਮਹਾਰਾਜ ਨੇ ਵਿਸਾਖੀ ਪਰਬ ਮਨਾਉਣ ਦੀ ਘੋਸ਼ਣਾ ਕੀਤੀ, ਜਿਸ ਦੀ ਪੂਰਨ ਤਿਆਰੀ ਕੀਤੀ ਗਈ। ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।